सत श्री अकाल जी। तुसीं अजीत वैब टीवी देख रहे हो दोस्तों। मैं हाँ स्वर्ण सिंह टैणा ते हर रोज़ की तरह ही अजीत खबरां दा विशेष बुलेटिन लैके हाजिर हाँ। सब तो पहला सुर्खियां ते झात। 5 सूबिਆਂ ਦੇ ਚੋਣ ਨਤੀਜੇ, ਪੰਜਾਬ ਦੇ ਵਿੱਚ ਜਿੱਤ ਦੇ ਜਲੂਸ ਤੇ ਰਹੇਗੀ ਪਾਬੰਦੀ। ਭਲਕੇ ਹੋਵੇਗੀ ਵਿਧਾਇਕ ਦਲ ਦੀ ਮੀਟਿੰਗ, ਨਤੀਜਿਆਂ ਤੋਂ ਪਹਿਲਾਂ ਕਾਂਗਰਸ ਨੇ ਖਿੱਚੀ ਤਿਆਰੀ। ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ, ਚੋਣ ਸਰਵੇਖਣ ਦੇ ਉੱਤੇ ਪੜਤਾਲ ਮੰਗੀ। ਸੁਖਬੀਰ ਸਿੰਘ ਬਾਦਲ ਦਾ 25 ਸਾਲ ਰਾਜ ਕਰਨ ਦਾ ਸੁਪਨਾ ਪੂਰਾ ਨਹੀਂ ਹੋਣਾ, ਭਗਵੰਤ ਮਾਨ ਨੇ ਕਿਹਾ। ਤੇ ਯੂਕਰੇਨ ਤੋਂ ਪਰਤੀ ਮਾਨਸਾ ਦੀ ਵਿਦਿਆਰਥਣ ਨੇ ਖੋਲ੍ਹੀ ਭਾਰਤ ਸਰਕਾਰ ਦੇ ਦਾਅਵਿਆਂ ਦੀ ਪੋਲ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਉੱਤਰ ਪ੍ਰਦੇਸ਼ ਸਮੇਤ 5 ਸੂਬਿਆਂ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ 10 ਮਾਰਚ ਨੂੰ ਐਲਾਨਿਆ ਜਾਵੇਗਾ। ਗੋਆ, ਉੱਤਰਾਖੰਡ ਤੇ ਪੰਜਾਬ ਦੇ ਵਿੱਚ ਇੱਕ ਪੜਾਅ ਤੇ ਮਣੀਪੁਰ ਦੇ ਵਿੱਚ 2 ਪੜਾਵਾਂ ਵਿੱਚ ਵੋਟਾਂ ਪਈਆਂ ਨੇ। ਇਹਨਾਂ ਸਾਰੇ ਸੂਬਿਆਂ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਵੀਰਵਾਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਵੇਗਾ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਦੇ ਲਈ ਕੱਲ੍ਹ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਜਿੱਤ ਦੇ ਜਲੂਸ ਤੇ ਪਾਬੰਦੀ ਲਾਈ ਹੋਈ ਹੈ। ਪੰਜਾਬ ਦੇ ਮੁੱਖ ਚੋਣ ਅਫਸਰ ਡਾਕਟਰ ਐਸ ਕਰੁਣਾ ਰਾਜੂ ਨੇ ਕਿਹਾ ਕਿ ਉਮੀਦਵਾਰ ਜਿੱਤ ਦਾ ਸਰਟੀਫਿਕੇਟ ਲੈਣ ਦੇ ਲਈ ਸਿਰਫ 2 ਸਮਰਥਕਾਂ ਨਾਲ ਹੀ ਆ ਸਕੇਗਾ। ਕਮਿਸ਼ਨ ਦੇ ਹੁਕਮਾਂ ਨੂੰ ਲਾਗੂ ਕਰਨ ਦੇ ਲਈ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਐਸਐਸਪੀ ਤੇ ਪੁਲਿਸ ਕਮਿਸ਼ਨਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਬਲਾਂ ਦੀਆਂ 45 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ। ਹਰ ਜਗ੍ਹਾ 3 ਪੱਧਰੀ ਸੁਰੱਖਿਆ ਹੋਵੇਗੀ। ਵੋਟਾਂ ਦੀ ਗਿਣਤੀ ਲਈ 66 ਥਾਵਾਂ ਦੇ ਉੱਤੇ 117 ਗਿਣਤੀ ਕੇਂਦਰ ਬਣਾਏ ਗਏ ਨੇ। ਕੱਲ ਪੰਜਾਬ ਦੇ ਵਿੱਚ ਵੋਟ ਦੀ ਗਿਣਤੀ ਦਾ ਦਿਨ ਹੈ, ਕਾਊਂਟਿੰਗ ਆਫ ਦੀ ਵੋਟਸ। ਇਸ ਸੰਬੰਧੀ ਪੂਰਾ ਤਿਆਰੀਆਂ ਪੰਜਾਬ ਦੇ ਵਿੱਚ, ਸਟੇਟ ਦੇ ਵਿੱਚ, ਪੂਰੇ ਐਂਟਾਇਰ ਸੂਬੇ ਸਭੀ ਜ਼ਿਲ੍ਹਿਆਂ ਦੇ ਵਿੱਚ 117 ਅਸੈਂਬਲੀ ਕਾਨਸਟੀਟੂਐਂਸੀ ਦੇ ਵਿੱਚ ਜਿਹੜੀ ਵੀ ਤਿਆਰੀਆਂ ਹੈ, ਇਸ ਦੇ ਬਾਰੇ ਮੈਂ ਪੂਰਾ ਤੁਹਾਡੇ ਰਾਹੀਂ ਇਨਫੋਰਮੇਸ਼ਨ ਦੇਣਾ ਚਾਹੁੰਦੇ ਹਾਂ। ਕਿਉਂਕਿ ਕਾਊਂਟਿੰਗ ਬਹੁਤ ਬੜਾ ਸਿਸਟਮੈਟਿਕ ਕੰਮ ਹੈ। ਇਹਦੇ ਵਿੱਚ ਅਸੀਂ ਹਜ਼ਾਰਾਂ ਗਿਣਤੀ ਦੇ ਵਿੱਚ ਸਾਡੇ ਪੋਲ ਸਟਾਫ ਨੂੰ ਲੱਗਿਆ ਹੋਇਆ ਹੈ। ਉਹਨਾਂ ਦਾ ਟ੍ਰੇਨਿੰਗ ਹੋ ਗਿਆ, 4 ਗੇੜੇ ਦੀ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਗਈ ਹੈ। ਕਿਉਂਕਿ ਖਾਸ ਕਰਕੇ ਇਹ ਇੱਕ ਵੋਟ ਕੀਮਤੀ ਹੈ, ਇਸ ਕਰਕੇ ਟੈਬੂਲੇਸ਼ਨ ਅਤੇ EVM ਦੀ ਜਿਹੜੀ ਵੀ ਗਿਣਤੀ, ਇਹ ਸਾਰੀਆਂ ਕੰਮ ਬਹੁਤ ਹੀ ਸਿਸਟਮੈਟਿਕ ਢੰਗ ਨਾਲ ਅਤੇ ਪੇਸ਼ੈਂਸ ਨਾਲ ਕਰਨ ਵਾਲੀ ਕੰਮ ਹੈ। ਇਸ ਕਰਕੇ ਮਾਣਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਸਾਨੂੰ ਅਤੇ ਅਸੈਂਬਲੀ ਕਾਨਸਟੀਟੂਐਂਸੀ ਦੇ ਵਿੱਚ RO ਸਾਹਿਬਾਨ ਦੀ ਟੀਮ ਦੇ ਵਿੱਚ ਜਿੰਨਾ ਵੀ ਕਾਊਂਟਿੰਗ ਸਟਾਫ ਹੈ, ਉਹ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਐਨਕੋਰ ਐਪਲੀਕੇਸ਼ਨ ਤੇ ਡਰਾਈ ਰਨ ਵੀ ਅਸੀਂ ਕਰਵਾ ਦਿੱਤੀ ਗਈ ਹੈ। ਕਿਉਂਕਿ ਨਾਰਮਲੀ ਇੱਕ ਅਸੈਂਬਲੀ ਕਾਨਸਟੀਟੂਐਂਸੀ ਦੀ ਕਾਊਂਟਿੰਗ ਦੇ ਵਿੱਚ 14 ਟੇਬਲਸ ਨੂੰ ਅਸੀਂ ਲਗਾਏ ਕਾਊਂਟਿੰਗ ਦੇ ਕੰਮ ਲਈ, ਔਰ 1-2 ਕਾਨਸਟੀਟੂਐਂਸੀ ਦੇ ਵਿੱਚ 14 ਨਹੀਂ, ਉਸ ਦਾ ਕੱਟ ਹੈ। ਇਸ ਕਰਕੇ ਜਿਹੜੇ ਵੀ ਰਾਉਂਡਵਾਰ ਗੇੜੇਵਾਰ ਗਿਣਤੀ ਹੁੰਦੀ ਹੈ, ਉਸ ਤੋਂ ਬਾਅਦ ਜਿਹੜੇ ਵੀ ਕੈਂਡੀਡੇਟਸ ਹੈ ਉਹਨਾਂ ਨੂੰ ਵੀ ਟੈਬੂਲੇਸ਼ਨ ਦਿਖਾਉਣਾ ਪੈਂਦਾ ਹੈ। ਔਰ ਉੱਥੇ ਜਨਰਲ ਅਬਜ਼ਰਵਰ ਸਾਹਿਬਾਨ ਦੀ ਤੈਨਾਤੀ ਮਾਣਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਕੀਤੀ ਗਈ ਹੈ, ਉਹਨਾਂ ਨੂੰ ਵੀ ਦਿਖਾਉਣਾ ਪੈਂਦਾ ਹੈ। ਉਸ ਤੋਂ ਬਾਅਦ ਜਿਹੜੇ ਵੀ ਅਪਰੂਵਲ ਤੋਂ ਬਾਅਦ ਫਿਰ ਇਹ ਡੇਟਾ ਐਨਕੋਰ ਦੇ ਵਿੱਚ ਅਸੀਂ ਅਪਲੋਡ ਕਰਾਂਗੇ। ਐਨਕੋਰ ਦੇ ਨਾਲ ਵੋਟਰ ਹੈਲਪਲਾਈਨ ਐਪ ਹੈ, ਉਹਦੇ ਵਿੱਚ ਵੀ ਮਾਣਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਸਾਰੀਆਂ ਜਾਣਕਾਰੀ ਲੋਕਾਂ ਨੂੰ ਅਵੇਲੇਬਲ ਕਰਾਏਂਗੇ। ਕਿਉਂਕਿ ਇਹ ਐਪ ਇੰਨਾ ਜ਼ਿਆਦਾ ਸੌਖਾ ਹੈ, हर एक व्यक्ति बैठे घर च बैठे ही इलेक्शन का रिजल्ट्स देख सकते हैं। गेड़ेवार दी रिजल्ट, राउंडवार दी रिजल्ट देख सकते हैं। और मीडिया वास्ते खास करके एक स्पेशल इंतजाम किए गए, क्योंकि मीडिया एक इंपॉर्टेंट हिस्सा है साडे एंटायर इलेक्शन प्रोसैस दे विच। क्योंकि जेडे भी इन्फॉर्मेशन माणयोग इलेक्शन कमिशन वाले सानू काम एग्जीक्यूशन वास्ते दिती है, और इस काम नू लोकां नू जानकारी देने दी जिम्मा तुसी उठाया हो। इस करके असी हर एक इन्फॉर्मेशन 100% ट्रांसपेरेंसी दे नाल लोकां नू देना है। इस करके एक काउंटिंग सेंटर दे नेड़े एक मीडिया सेंटर भी बनाया गया है, उत्ते तुसी आराम से बैठ सकते हो। उत्ते टीवी लगे हुए हैं, डिस्प्ले लगिया हुआ है, अनाउंसमेंट दी सिस्टम भी लगिया हुआ है। ਜਿਹੜੇ ਵੀ ਰਾਉਂਡਵਾਰ ਜਿਹੜੇ ਵੀ ਇਸ਼ੂ ਦੇ ਨਤੀਜਾ ਹੁੰਦਾ ਹੈ, ਤੁਹਾਨੂੰ ਇਮੀਡੀਏਟਲੀ ਵਿਦਆਊਟ ਐਨੀ ਡਿਲੇ ਤੁਹਾਨੂੰ ਉੱਥੇ ਇਨਫੋਰਮੇਸ਼ਨ ਪਹੁੰਚ ਜਾਊਗਾ। ਮੈਂ ਸਾਰੀਆਂ DC ਸਾਹਿਬਾਨ ਨੂੰ ਆਲਰੇਡੀ ਹਦਾਇਤ ਦੇ ਚੁੱਕੇ ਹਾਂ, ਉੱਥੇ ਮੀਡੀਆ ਸੈਂਟਰ ਵਾਸਤੇ ਸਪੈਸ਼ਲ ਅਰੇਂਜਮੈਂਟਸ ਕੀਤਾ ਜਾਵੇ। और चूँकि मानयोग इलेक्शन कमिशन वाले कुछ मीडिया कर्मियों को पासिस भी जारी कर दिए गए हैं, उन्होंने बेनती है
ਸਾਡਾ ਗਾਈਡਲਾਈਨਸ ਦੇ ਮੁਤਾਬਿਕ ਉਹਨਾਂ ਨੂੰ ਵੀ ਐਂਟਰੀ ਕੁਝ ਸਮਾਂ के लिए जा सकते हैं। एक लाइन उत्ते लाया गया है, उत्तों वो अपना जड़े भी फोटो वगैरह ले सकते हैं, लेकिन लेन तो वक्त जरूर ध्यान रखना ਜਿਹੜੇ ਵੀ ਡਿਸਪਲੇ ਵਗੈਰਾ ਹੁੰਦਾ ਹੈ ਉਸ ਨੂੰ ਫਿਰ ਅਸੀਂ ਰਿਸਪੈਕਟ ਕਰਨਾ ਹੈ, ਲੋਕਾਂ ਨੂੰ ਦਿਖਾਣਾ ਨਹੀਂ ਹੈ, ਕਿਉਂਕਿ ਸੀਕ੍ਰੇਸੀ ਆਫ ਇੱਕ ਵੋਟ ਦਾ ਬਹੁਤ ਮਹੱਤਵ ਹੁੰਦਾ ਹੈ। ਇਸ ਦਾ ਅਰੇਂਜਮੈਂਟਸ ਅਸੀਂ ਪੂਰਾ ਕਰ ਦਿੱਤਾ ਗਿਆ ਹੈ। ਔਰ ਸਿਕਿਉਰਿਟੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਵੀ ਚੋਣ ਹੋਣਾ ਹੈ ਹੋ ਗਿਆ ਹੈ ਔਰ ਉਸ ਦਾ ਗਿਣਤੀ ਦੀ ਸਮਾਂ ਆ ਗਿਆ ਹੈ। ਸਿਕਿਉਰਿਟੀ ਦੇ ਬਾਰੇ में भी ਮੈਨੂੰ ਇੱਕ ਬੜਾ ਜ਼ਿੰਮੇਵਾਰੀ ਹੈ और साढ़े स्टेट पुलिस नोडल अफसर ਅਤੇ सेंट्रल आर्मड पुलिस ਜਿਹੜੇ ਵੀ ਇੱਥੇ नोडल अफसर लगे हुए ने, हम तीनों देखते हैं सारे इशूज़ ਨੂੰ। और ਜ਼ਿਲ੍ਹੇ ਦੇ ਵਿੱਚ DC ਸਾਹਿਬਾਨ ਦੀ ਟੀਮ ਹੈ, SSP ਅਤੇ CP ਸਾਹਿਬਾਨ ਦੀ। ਇੱਕ ਕਾਊਂਟਿੰਗ ਸੈਂਟਰ ਦੇ ਵਿੱਚ ਜਿਹੜੇ ਵੀ ਆਪਣਾ ਸਿਕਿਉਰਿਟੀ ਦੀ ਅਰੇਂਜਮੈਂਟ ਇਸ ਪ੍ਰਕਾਰ ਕੀ ਹੁੰਦੀ ਹੈ। सबसे पहला लेयर है ਜਿਹੜੇ ਵੀ ਹੁੰਦਾ ਹੈ ਉਹ ਅਲਾਈਟਿੰਗ ਕਰਨੇ ਦਾ, ਜਿਹੜੇ ਵੀ ਗਾੜੀ ਤੋਂ ਆਉਂਦੇ ਹੈ ਸਾਡੇ ਏਜੰਟ ਜਾਂ ਉਹਨਾਂ ਦਾ ਕੈਂਡੀਡੇਟਸ ਉੱਤੇ ਉਤਰਨਾ ਪੈਂਦਾ ਹੈ। ਉੱਤੇ ਉਤਰ ਕੇ ਫਸਟ ਪੈਡੈਸਟਰੀਅਨ ਜ਼ੋਨ ਹੁੰਦਾ ਹੈ, ਉੱਤੇ ਫਿਰ ਪੈਦਲ ਜਾ ਕੇ ਅੰਦਰ ਉਹਨਾਂ ਵਾਸਤੇ ਸੈਪਰੇਟ ਰਾਸਤਾ ਬਣਿਆ ਹੋਇਆ ਹੈ। ਉਸ 'ਤੇ ਜਿਹੜੇ ਵੀ ਕਾਊਂਟਿੰਗ ਹਾਲ ਦੇ ਵਿੱਚ ਅੰਦਰ ਜਾਣਾ ਹੈ ਸ਼ਨਾਖਤੀ ਕਾਰਡਸ ਦਿੱਤੇ ਗਏ ਹੈ, ਪ੍ਰੋਪਰਲੀ ਡਿਸਪਲੇ ਹੋਣਾ ਲਾਜ਼ਮੀ ਹੈ, ਜ਼ਰੂਰੀ ਹੈ, ਤਾਂ ਕਿ ਸੁਰੱਖਿਆ ਕਰਮੀਆਂ ਨੂੰ ਕੋਈ ਡਾਊਟ ਨਾ ਹੋਵੇ। ਇਸ ਕਰਕੇ ਮੇਰਾ ਬੇਨਤੀ ਰਹੇਗਾ ਜਿਹੜੇ ਵੀ ਵੋਟਿੰਗ ਕੈਂਡੀਡੇਟ ਅਤੇ ਉਹਨਾਂ ਦਾ ਏਜੰਟ ਨੂੰ काउंटिंग एजेंट ਨੂੰ शनाख्ती कार्ड्स ਦਿੱਤੀ ਗਏ ਹੈ वो ज़रूर कृपा करके डिस्प्ले करे, ताकि जिन्ने भी चूँकि लगभग 8000 से ज़्यादा कर्मचारी ਨੂੰ ਅਸੀਂ ਇਸ ਕਾਊਂਟਿੰਗ ਦੀ ਡਿਊਟੀ ਵਿੱਚ ਲਾਇਆ ਹੋਇਆ ਹੈ। 45 सेंट्रल आर्मड पैरामिलिट्री फोर्सेस सानू इलेक्शन कमीशन ने दिता है, क्योंकि ये सुरक्षा व्यवस्था असी बहुत पुख्ता इंतजाम किए गए हैं। एक काउंटिंग सेंटर पे एक एग्जीक्यूटिव मैजिस्ट्रेट साहिबान भी तैनात हो गया है ऑलरेडी। और चूँकि जितना भी कमीशन की गाइडलाइन है उसके मुताबिक साडा वालों पूरा तैयारियां हो गया, ड्राई रन भी कंप्लीट हो गया है, मीडिया सेंटर्स भी तैयार हो गया है। इत्थे खास करके स्टेट हैडकुआटर ते CEO दफ्तर दे विच जिस हाल दे विच असीं बैठे हैं हुण ਇਹਦੇ ਵਿੱਚ ਜਿਹੜੇ ਵੀ ਤੁਸੀਂ ਦੇਖ ਰਹੇ ਇੱਥੇ ਕੰਪਲੀਟ ਡਿਸਪਲੇ ਆਫ ਰਿਜ਼ਲਟ ਜਿਹੜੇ ਵੀ ਆਊਗਾ ਇੱਥੇ ਵੀ ਹੋਊਗਾ ਔਰ ਤੁਸੀਂ ਇੱਥੇ ਵੀ ਬੈਠ ਸਕਦੇ ਹੋ। ਜਿਹੜੇ ਵੀ ਸਾਡਾ ਮੀਡੀਆ ਕਰਮੀ ਵਾਸਤੇ ਖਾਸ ਕਰਕੇ ਮੈਂ ਇਸ ਕਰਕੇ ਧਿਆਨ ਦੇ ਰਿਹਾ ਸੀ, ਤੁਹਾਡੇ ਰਾਹੀਂ ਇਨਫੋਰਮੇਸ਼ਨ ਸਾਡੇ ਕਰੋੜਾਂ ਪੰਜਾਬ ਦੀ ਨਾਗਰਿਕਾਂ ਨੂੰ ਜਾਣਾ ਹੈ। ਇਸ ਕਰਕੇ ਤੁਹਾਡੇ ਵਾਸਤੇ ਅਸੀਂ ਹਰ ਚੀਜ਼ ਮੁਹੱਈਆ ਕਰਦੇ ਰਹਾਂਗੇ। ਮੈਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ, ਜਿਵੇਂ ਤੁਸੀਂ ਅੱਜ ਮੈਨੂੰ ਹੁਣੀ ਦੱਸਿਆ ਗਿਆ ਮੈਂ ਤੁਰੰਤ ਤੁਹਾਡੇ ਸਾਹਮਣੇ ਹਾਜ਼ਰ ਹੋ ਗਿਆ, क्योंकि साडा मुख्य मंतव ये है ट्रांसपेरेंसी दी नाल सिक्योरिटी दी नाल जिवें असी एक त्यौहार दी माहौल दे विच चोण करवाया गया विदाउट एनी सिंगल इंसीडेंट ऑफ वायलेंस, नॉट इवन ए सिंगल स्लैब। सो हुण काउंटिंग भी इसी तरीका होना है, जिहड़े भी राउंड वाइज डिटेल्स तुहाडे राही लोकां नूं दित्ते जाएगा। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਇੱਕ ਵਾਰ ਫਿਰ ਕਮਰ ਕੱਸ ਲਈ ਹੈ। ਹੁਣ ਸਰਕਾਰ ਬਣਾਉਣ ਤੇ ਗੱਠਜੋੜ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਸੱਤਾਧਾਰੀ ਧਿਰ ਕਾਂਗਰਸ ਨੇ ਵੀ ਨਤੀਜਿਆਂ ਤੋਂ ਤੁਰੰਤ ਬਾਅਦ ਅਹਿਮ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ ਹੈ। ਕਾਂਗਰਸ ਵਿਧਾਇਕ ਦਲ ਦੀ ਇਹ ਪਹਿਲੀ ਮੀਟਿੰਗ ਹੋਵੇਗੀ, ਯਾਨੀ ਉਹ ਸਾਰੇ ਨਵੇਂ ਵਿਧਾਇਕ ਵੀ ਇਹਦੇ ਵਿੱਚ ਹਿੱਸਾ ਲੈਣਗੇ ਜੋ ਜਿੱਤ ਕੇ ਆਉਣਗੇ। ਪੰਜਾਬ ਕਾਂਗਰਸ ਵੱਲੋਂ ਕਿਹਾ ਗਿਆ ਕਿ ਵਿਧਾਇਕ ਦਲ ਦੀ ਇਹ ਮੀਟਿੰਗ 10 ਮਾਰਚ ਨੂੰ ਸ਼ਾਮੀ 5 ਵਜੇ ਕਾਂਗਰਸ ਭਵਨ ਵਿੱਚ ਸੱਦੀ ਗਈ ਹੈ, ਜਿਹਦੇ ਵਿੱਚ ਸਾਰੇ ਹੀ ਚੁਣੇ ਹੋਏ ਵਿਧਾਇਕਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਜਾਣਕਾਰੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਲਕੇ ਯਾਨੀ ਕਿ 10 ਮਾਰਚ ਨੂੰ ਆਉਣੇ ਨੇ। ਇਹਨਾਂ ਨਤੀਜਿਆਂ ਨੂੰ ਲੈ ਕੇ ਹਰ ਪਾਰਟੀ ਦੇ ਆਗੂ ਗੁਰਧਾਮਾਂ ਦੇ ਵਿੱਚ ਨਤਮਸਤਕ ਹੋ ਕੇ ਜਿੱਤ ਦੀ ਅਰਦਾਸ ਕਰਦੇ ਹੋਏ ਦਿਖਾਈ ਦੇ ਰਹੇ ਨੇ। ਇਸੇ ਕੜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਉਹਨਾਂ ਵੱਲੋਂ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਚੋਣ ਸਰਵੇਖਣਾਂ ਦੇ ਉੱਤੇ ਲੋਕਾਂ ਨੂੰ ਯਕੀਨ ਨਹੀਂ। ਉਹਨਾਂ ਨੇ ਕਿਹਾ ਕਿ ਨਿਊਜ਼ ਚੈਨਲਾਂ ਦੇ ਉੱਤੇ ਹਰ ਵਾਰ ਗਲਤ ਚੋਣ ਸਰਵੇਖਣ ਦਿਖਾਏ ਜਾਂਦੇ ਨੇ, ਇਸ ਲਈ ਜਿੱਥੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਉੱਥੇ ਇਹਨੂੰ ਬੰਦ ਵੀ ਕਰਨਾ ਚਾਹੀਦਾ। ਇਸ ਦੌਰਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਪੈਸੇ ਦੇ ਕੇ ਸਰਵੇਖਣ ਕਰਵਾਉਣ ਦੇ ਦੋਸ਼ ਵੀ ਲਾਏ ਨੇ। ਦੂਜੇ ਪਾਸੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਮੇਸ਼ਾ ਹੀ ਦਿੱਲੀ ਤੋਂ ਆਈਆਂ ਹਕੂਮਤਾਂ ਪੰਜਾਬ ਦੇ ਉੱਤੇ ਰਾਜ ਕਰਨਾ ਚਾਹੁੰਦੀਆਂ ਨੇ, ਪਰ ਪੰਜਾਬੀ ਇੱਦਾਂ ਕਦੇ ਵੀ ਨਹੀਂ ਹੋਣ ਦੇਣਗੇ। ਅੱਜ ਤਾਂ परमात्मा ਦਾ ਸ਼ੁਕਰਾਨਾ ਕਰਨ ਵਾਸਤੇ ਆਏ ਹਾਂ। परमात्मा मेहर कर। श्रोमणी अकाली दल
ਪੰਥ ਪੰਜਾਬ ਦੀ ਜਥੇਬੰਦੀ ਹੈ, ਪੰਜਾਬੀਆਂ ਦੀ ਆਵਾਜ਼ ਹੈ। ਪਰਮਾਤਮਾ ਸੇਵਾ ਕਰਨ ਦਾ ਮੌਕਾ ਦੇਣ ਤੇ ਜਿਵੇਂ ਪਹਿਲੇ ਸਰਕਾਰਾਂ ਦੌਰਾਨ ਪੰਜਾਬ ਤਰੱਕੀ ਹੋਈ, ਪਰਮਾਤਮਾ ਆਸ਼ੀਰਵਾਦ ਦੇਣ, ਅਸੀਂ ਉਹ ਹੋਰ ਤੋਂ ਵੱਧ ਪੰਜਾਬ ਨੂੰ ਅੱਗੇ ਲੈ ਕੇ ਜਾਈਏ। ਤੇ ਹੁਣ ਤੁਸੀਂ ਸਵਾਲ ਜੋ ਪੁੱਛਣੇ ਪੁੱਛ ਲਓ। ਐਗਜ਼ਿਟ ਪੋਲ ਦੇ ਉੱਤੇ ਜਿਹੜਾ ਆ ਰਹੇ ਆ ਉਹਦੇ ਤੇ ਕੀ ਕਹੋਗੇ? ਜਿਹੜੇ ਐਗਜ਼ਿਟ ਪੋਲ ਹੈ, ਮੈਨੂੰ ਲੱਗਦਾ ਕਿਸੇ ਵੀ ਪੰਜਾਬੀ ਨੂੰ ਪੁੱਛ ਲਓ, ਕਿਸੇ ਨੂੰ ਯਕੀਨ ਨਹੀਂ ਹੈ। ਪਿਛਲੀ ਵਾਰ ਵੀ ਆਮ ਆਦਮੀ ਨੂੰ 100 ਦਿੰਦੇ ਸੀ, 20 ਆਈਆਂ। ਸੋ ਇਸ ਕਰਕੇ ਆ ਜਿਹੜੇ ਐਗਜ਼ਿਟ ਪੋਲ ਹੈ, ਤੁਸੀਂ ਹੁਣੀ ਮਮਤਾ ਬੈਨਰਜੀ ਦਾ ਇਲੈਕਸ਼ਨ ਹੋਇਆ ਸੀ, ਮੈਨੂੰ ਲੱਗਦਾ ਉਹਨੂੰ 100 ਵੀ ਸੀਟਾਂ ਨਹੀਂ ਦਿੰਦੇ ਸੀ, ਆਈਆਂ 200 ਸੀ। ਆਪਣੇ ਬੀਜੇਪੀ ਨੂੰ ਮੈਜੋਰਟੀ ਦਿੰਦੇ ਸੀ, ਉਹਨਾਂ ਦੀ 60 ਗਈਆਂ। ਸੋ ਉਹ ਜਿਹੜਾ ਸਿਸਟਮ ਐਗਜ਼ਿਟ ਪੋਲ ਦਾ ਮੈਨੂੰ ਲੱਗਦਾ ਬੈਨ ਹੋਣਾ ਚਾਹੀਦਾ। ਇੱਕ ਤਾਂ ਐਗਜ਼ਿਟ ਪੋਲ ਬੈਨ ਹੋਣੇ ਚਾਹੀਦੇ, ਇੱਕ ਇਹਨਾਂ ਦੇ ਜਿਹੜੇ ਪਹਿਲੇ ਪੋਲ ਹੁੰਦੇ ਆ ਓਪੀਨੀਅਨ ਪੋਲ, ਕਿਉਂਕਿ ਇਲੈਕਸ਼ਨ ਕਮਿਸ਼ਨ ਹਰ ਚੀਜ਼ ਮੋਨੀਟਰ ਕਰ ਰਿਹਾ ਕਿ ਕਿਸੇ ਵੋਟਰ ਨੂੰ ਇਨਫਲੂਐਂਸ ਨਾ ਕੀਤਾ ਜਾਏ। ਪਰ ਹੁਣ ਸਰਕਾਰਾਂ ਆਪਣਾ ਫਾਈਨੈਂਸ਼ੀਅਲ ਪਾਵਰ ਲੈ ਕੇ, ਸਰਕਾਰੀ ਪੈਸੇ ਨੂੰ ਵਰਤ ਕੇ, ਮੀਡੀਆ ਰਾਹੀਂ ਓਪੀਨੀਅਨ ਪੋਲ ਕਰਾ ਕੇ, ਪੇਡ ਓਪੀਨੀਅਨ ਪੋਲ ਕਰਾ ਕੇ ਇਨਫਲੂਐਂਸ ਕਰਨਾ ਚਾਹੁੰਦੀ ਹੈ। ਜਿਹੜਾ ਇਸ ਇਲੈਕਸ਼ਨ 'ਚ ਦੇਖਿਆ, ਬਹੁਤ ਵੱਡੇ ਪੱਧਰ 'ਤੇ ਆਪਣੇ ਆਮ ਆਦਮੀ ਪਾਰਟੀ ਨੇ ਕੀਤਾ। ਕ੍ਰੈਡੀਬਿਲਿਟੀ ਹੌਲੀ ਹੌਲੀ ਤੁਸੀਂ ਦੇਖਿਓ ਕ੍ਰੈਡੀਬਿਲਿਟੀ ਖਤਮ ਹੋ ਗਈ ਹੈ। ਹੁਣ ਵੀ ਲੋਕੀ ਕੋਈ ਕ੍ਰੈਡੀਬਲ ਸੋਚਦੇ ਨਹੀਂ ਹੈ, ਹੁਣ ਇੰਨਾ ਸੀਰੀਅਸਲੀ ਲੈਂਦੇ ਨਹੀਂ ਹੈ। ਓਰੀਜਨਲੀ ਪਹਿਲੇ ਜਦ ਕਈ ਸਾਲ ਪਹਿਲੇ ਜਦੋਂ ਹੋਏ ਸੀ, ਉਦੋਂ ਕਿਹੜਾ ਕ੍ਰੈਡੀਬਿਲਿਟੀ ਸੋਚ ਰਹੇ ਸੀ, ਉਹਦੇ ਬਾਅਦ ਖਤਮ ਹੋ ਗਈ। ਸਰ ਇੱਕ ਹੋਰ ਚੀਜ਼ ਹੈ ਕਿ ਹੁਣ ਆਖਰੀ ਦਿਨ ਹੈ ਇਲੈਕਸ਼ਨ ਦਾ, ਆਖਰੀ ਦਿਨ ਦਾ ਕਾਊਂਟਿੰਗ ਦਾ, ਅਗਰ ਕਿਤੇ ਕੋਈ ਚਾਂਸ ਅੱਦਾ ਦੇ ਬੰਦੇ ਆ ਕਿ ਟਾਈਪ ਕੀਤਾ ਜਾਏ ਕਿਸੇ ਨਹੀਂ, ਹਲੇ ਦੱਸਾਂ, ਸ਼੍ਰੋਮਣੀ ਅਕਾਲੀ ਦਲ BSP ਆਪਣੇ ਦਮ ਤੇ ਸਰਕਾਰ ਬਣਾਉਗੀ। ਸਾਡੀ ਜੋ ਫੀਡਬੈਕ ਹੈ, ਬਹੁਤ ਵੱਡੀ ਬਹੁਮਤ ਨਾਲ ਸਾਡੀ ਸਰਕਾਰ ਬਣੂਗੀ। ਜੀ ਤੁਹਾਡਾ ਮੈਨੂੰ ਤਾਂ 16-17 ਪਲੱਸ ਲੱਗਦੀਆਂ। ਕਾਂਗਰਸ ਦਾ ਕੀ ਦੇਖਦੇ ਹੋ? ਕਾਂਗਰਸ ਸਫਾਇਆ ਮੈਨੂੰ ਲੱਗਦਾ ਕਾਂਗਰਸ ਦੀ ਮੈਨੂੰ ਲੱਗਦਾ 20 ਸੀਟਾਂ ਤੋਂ ਘੱਟ ਹੋਣਗੀਆਂ ਕਾਂਗਰਸ ਦੀਆਂ। ਲੋੜ ਪੈਣ ਦੀ ਲੋੜ ਹੀ ਨਹੀਂ ਪੈਣੀ। ਪੂਰਨ ਭਰੋਸਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਗੁਰੂ ਨਾਨਕ ਸਾਹਿਬ ਦਾ, ਕਿ ਇਸ ਗੁਰੂਆਂ ਪੀਰਾਂ ਦੀ ਚਰਨ ਛੋਹ ਧਰਤੀ ਦੀ ਸੇਵਾ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿਰਮੌਰ ਪਾਰਟੀ ਪੰਜਾਬ ਦੀ ਹੈਗੀ, ਗੁਰੂ ਸਾਹਿਬ ਕਿਰਪਾ ਕਰਨਗੇ। ਤੇ ਹਮੇਸ਼ਾ ਹੀ ਦਿੱਲੀ ਤੋਂ ਆਈਆਂ ਹਕੂਮਤਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ, ਪੰਥ ਦਾ ਨੁਕਸਾਨ ਕੀਤਾ ਹੈ। ਅੱਜ ਵੀ ਜਿਹੜੀ ਪਾਰਟੀਆਂ ਪੰਜਾਬ ਦਾ ਪਾਣੀ ਖੋਣ ਵਾਸਤੇ, ਜਾਂ ਕਹਿ ਸਕਦੀਆਂ ਕਿ ਜਿਸ ਹਕੂਮਤ ਨੇ ਇੱਕ ਸਮੇਂ 'ਚ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਇੰਨਾ ਵੱਡਾ ਵਾਰ ਵਾਰਿਆ ਸੀਗਾ, ਉਹਨਾਂ ਦੇ ਸ਼ਹਾਦਤ ਦਾ ਜਾਮ ਗੁਰੂ ਸਾਹਿਬ ਨੇ ਪੀਤਾ, ਉਹ ਵੀ ਹਕੂਮਤ ਦਿੱਲੀ ਦੀ ਸੀ। ਤੇ ਗੁਰੂ ਸਾਹਿਬ ਦਸਮ ਪਿਤਾ ਨੇ ਸਰਵੰਸ਼ ਵਾਰਤਾ ਇਸ ਖਾਲਸਾ ਪੰਥੀ ਚੜ੍ਹਦੀ ਕਲਾ ਵਾਸਤੇ। ਅੱਜ ਉਹ ਦਿੱਲੀ ਦੀ ਇੱਕ ਹੋਰ ਹਕੂਮਤ ਅੱਜ ਪੰਜਾਬ 'ਚ ਆ ਕੇ ਸਾਡੀ ਆਪਣੀ ਰੱਖਿਆ ਕਰਨ ਵਾਲੀ ਤਲਵਾਰਾਂ ਨੂੰ ਖੋ ਕੇ ਝਾੜੂ ਫੜਾਉਣਾ ਚਾਹੁੰਦੀਆਂ ਨੇ, ਤੇ ਕੱਲ ਦਸਤਾਰਾ ਲਾ ਕੇ ਟੋਪੀਆਂ ਪਵਾਉਣਗੀਆਂ। ਤੇ ਮੈਨੂੰ ਪੂਰੀ ਉਮੀਦ ਹੈ ਕਿ ਨਾ ਹੀ ਆ ਸਾਡੇ ਗੁਰੂ ਨੂੰ ਪ੍ਰਵਾਨ ਹੋਊਗਾ ਤੇ ਨਾ ਹੀ ਸਾਡੇ ਲੋਕਾਂ ਨੂੰ ਪ੍ਰਵਾਨ ਹੋਊਗਾ। ਤੇ ਮਾਲਿਕ ਦੇ ਚਰਨਾਂ 'ਚ ਆਹੀ ਅਰਦਾਸ ਕਿ ਸਾਡੀ ਝੋਲੀ 'ਚ ਇਸ ਗੁਰੂਆਂ ਪੀਰਾਂ ਦੀ ਚਰਨ ਛੋਹ ਧਰਤੀ ਦੀ ਸੇਵਾ ਬਖਸ਼ਣ, ਤਾਂ ਕਿ ਉਹ ਸੇਵਾ ਕਰਕੇ ਮਾਲਿਕ ਦੀ ਖੁਸ਼ੀਆਂ ਤੇ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਆ ਸਾਡੀ ਪਾਰਟੀ ਕਰ ਸਕੇ। ਚਲੋ ਜੀ, ਥੈਂਕ ਯੂ। ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਵਜੋਂ ਐਲਾਨੇ ਗਏ ਭਗਵੰਤ ਮਾਨ ਵੱਲੋਂ ਅੱਜ ਪਟਿਆਲਾ ਹਲਕੇ ਦੇ 8 ਉਮੀਦਵਾਰਾਂ ਸਮੇਤ ਪਟਿਆਲਾ ਦੇ ਮਹਿੰਦਰਾ ਕਾਲਜ ਦੇ ਵਿੱਚ ਪਈਆਂ EVM ਦੀ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਪੱਤਰਕਾਰਾਂ ਨੇ ਸਵਾਲਾਂ ਦਾ ਉੱਤਰ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮਹਿੰਦਰਾ ਕਾਲਜ ਦੇ ਸਟਰੋਂਗ ਰੂਮ ਦੇ ਵਿੱਚ ਪਈਆਂ EVM ਦੀ ਸੁਰੱਖਿਆ ਨੂੰ ਲੈ ਕੇ ਉਹ ਬਹੁਤ ਖੁਸ਼ ਨੇ। ਕੱਲ ਆ ਰਹੇ ਨਤੀਜਿਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਬਹੁਮਤ ਨਾਲ ਬਣਨ ਜਾ ਰਹੀ ਹੈ। ਇਹੀ ਨਹੀਂ, ਉਹਨਾਂ ਨੇ 100 ਦੇ ਕਰੀਬ ਸੀਟਾਂ ਜਿੱਤਣ ਦਾ ਦਾਅਵਾ ਵੀ ਕੀਤਾ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਤਨਜ਼ ਕੱਸਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ 25 ਵਰਿਆਂ ਦਾ ਰਾਜ ਕਰਨ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਵੇਗਾ, ਕਿਉਂਕਿ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਨਕਾਰ ਦਿੱਤਾ ਹੈ। हमने बहुत प्रचार किया, हमारे वॉलंटियर्स ने प्रचार किया, वर्करों ने प्रचार किया, दिन रात एक किया। मेरे ख्याल में मेहनत का नतीजा आएगा। और हमने अस्पतालों की बात की, अच्छे स्कूलों की बात की, बिजली सस्ती और मुफ्त की बात की, और दूसरी पार्टियां
हम पर व्यक्तिगत आरोप भी लगाते रहे ये वो, तो लोगों ने उनको नकार दिया। मेरे ख्याल में कल अच्छे नतीजे आएंगे। कई पुलिस के जो नतीजे हैं उनमें 100 से ज़्यादा सीटें दिखाई जा रही हैं, कई 60-70 की बात कर रही हैं, 70-80 की। आपका अनुमान क्या है? देखिए, मैं कोई ज्योतिषी तो नहीं हूँ, लेकिन इतना मुझे पता है कि पंजाब के लोग जो हैं बदलाव चाहते थे और वो बदलाव उन्होंने अपनी मशीनों में कैद कर दिया। तो कल 12 बजे के बाद शायद आपको ये सवाल पूछने की जरूरत नहीं पड़ेगी। लेकिन फिर भी कोई संख्या जो मन में आपके हो कि संख्या 80 से पार भी हो सकती है, 90 के पार भी हो सकती है, 100 के पार भी हो सकती है। पब्लिक है जी, कितना गुस्सा 70 साल की इस्टेब्लिशमेंट के विरुद्ध है, ये गुस्सा ही बताएगा बस। ਰੂਸ ਤੇ ਯੂਕਰੇਨ ਦੇ ਵਿੱਚ ਇਹ ਨਹੀਂ ਜਿਹੜੀ ਆਪਸੀ ਯੁੱਧ ਚੱਲ ਰਿਹਾ। ਯੂਕਰੇਨ ਦਾ ਇਸ ਯੁੱਧ ਦੌਰਾਨ ਜਿੱਥੇ ਕਾਫੀ ਨੁਕਸਾਨ ਹੋ ਰਿਹਾ, ਉੱਥੇ ਹੀ ਭਾਰਤ ਵਿੱਚੋਂ MBBS ਦੀ ਪੜ੍ਹਾਈ ਕਰਨ ਦੇ ਲਈ ਯੂਕਰੇਨ ਗਏ ਵਿਦਿਆਰਥੀ ਵੀ ਵਤਨ ਵਾਪਸੀ ਦੀ ਉਡੀਕ ਕਰ ਰਹੇ ਨੇ। ਭਾਰਤ ਸਰਕਾਰ ਵੱਲੋਂ ਸੈਂਕੜੇ ਹੀ ਵਿਦਿਆਰਥੀਆਂ ਦੀ ਵਤਨ ਵਾਪਸੀ ਕਰਵਾ ਦਿੱਤੀ ਗਈ ਹੈ, ਪਰ ਅਜੇ ਵੀ ਬਹੁਤ ਸਾਰੇ ਵਿਦਿਆਰਥੀ ਯੂਕਰੇਨ ਵਿੱਚ ਵਤਨ ਵਾਪਸੀ ਦੀ ਉਡੀਕ ਕਰ ਰਹੇ ਨੇ। ਇਸ ਦੌਰਾਨ ਮਾਨਸਾ ਦੀ ਵਿਦਿਆਰਥਣ ਮਨਜਿੰਦਰ ਕੌਰ ਆਪਣੇ ਘਰ ਪਹੁੰਚੀ ਤੇ ਉਸ ਨੇ ਭਾਰਤ ਦੀ ਅੰਬੈਸੀ ਦੇ ਉੱਤੇ ਸਵਾਲ ਚੁੱਕੇ। ਮਨਜਿੰਦਰ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਯੂਕਰੇਨ ਤੋਂ ਭਾਰਤ ਲਿਆਉਣ ਦੇ ਲਈ ਕੋਈ ਵੀ ਉਪਰਾਲਾ ਨਹੀਂ ਸੀ ਕੀਤਾ ਗਿਆ, ਸਗੋਂ ਉਹ ਆਪਣੀ ਜਦੋਜਹਿਦ ਦੇ ਨਾਲ ਹੀ ਭਾਰਤ ਪਹੁੰਚੀਆਂ ਨੇ। ਉਹਨਾਂ ਨੇ ਕਿਹਾ ਕਿ ਜੇਕਰ ਅੰਬੈਸੀ ਦਾ ਵਿਦਿਆਰਥੀਆਂ ਨਾਲ ਤਾਲਮੇਲ ਹੁੰਦਾ ਤਾਂ ਉਹਨਾਂ ਨੂੰ ਇੰਨੇ ਦਿਨ ਬੰਕਰਾਂ ਦੇ ਵਿੱਚ ਰਹਿ ਕੇ ਸਮਾਂ ਨਹੀਂ ਸੀ ਗੁਜ਼ਾਰਨਾ ਪੈਣਾ। ਸਰ, ਜਿਸ ਦਿਨ ਵਾਰ ਹੋਈ ਹੈ ਸਰ 24 ਨੂੰ ਆਈ ਥਿੰਕ ਸਵੇਰ 5 ਵਜੇ ਬੰਬਾਰੀ ਸ਼ੁਰੂ ਹੋਈ ਹੈ। 23 ਤਰੀਕ ਨੂੰ ਆਰਾਮ ਨਾਲ ਐਜ਼ ਅ ਨੋਰਮਲ ਲਾਈਫ ਮੈਂ ਯੂਨੀਵਰਸਿਟੀ ਲਗਾ ਕੇ ਆਈ ਹਾਂ, ਆ ਕੇ ਰੋਟੀ ਪਾਣੀ ਖਾਧਾ ਹੀ, ਆ ਕੇ ਬਸ ਸੁੱਤੇ ਹਾਂ। ਸਵੇਰ ਨਾਲ ਦੀ ਨਾਲ 5 ਵਜੇ ਵਾਈਬ੍ਰੇਸ਼ਨਸ ਉਹ ਸਭ ਸਟਾਰਟ ਹੋ ਗਈਆਂ। ਪਹਿਲਾਂ ਸਾਨੂੰ ਵੀ ਯਕੀਨ ਨਹੀਂ ਸੀ, ਉਹ ਤੋਂ ਬਾਅਦ ਫੋਨ ਵਗੈਰਾ ਚੈੱਕ ਕੀਤੇ ਤਾਂ ਉਹ ਸਾਨੂੰ ਸਾਫ਼ ਇੰਸਟਰਕਸ਼ਨ ਸੀਗੀਆਂ ਕਿ ਆਪਦਾ ਬੈਗ ਚੱਕੋ ਅਤੇ ਬੰਕਰਾਂ ਦੇ ਵਿੱਚ ਜਾਓ ਅਤੇ ਆਪਦਾ ਮੈਟਰੋ ਸਟੇਸ਼ਨਸ ਦੇ ਵਿੱਚ ਜਾਓ। ਅਸੀਂ ਉਸ ਦਿਨ ਮੈਟਰੋ ਸਟੇਸ਼ਨ 'ਚ ਗਏ ਹਾਂ ਸਰ। ਮੈਟਰੋ ਸਟੇਸ਼ਨ 'ਚ ਜਾਣ ਤੋਂ ਬਾਅਦ ਅਸੀਂ ਇੱਕ ਰਾਤ ਰਹੇ ਹਾਂ, ਕਿਵੇਂ ਔਖੇ ਸੌਖੇ, ਕਿਉਂਕਿ ਠੰਡ ਵੀ ਬਹੁਤ ਸੀਗੀ ਉੱਥੇ, ਅੰਦਰ ਵੀ ਵੜਦੀ ਸੀਗੀ ਠੰਡ। ਤਾਂ ਅਸੀਂ ਉੱਥੇ ਰਹੇ ਹਾਂ। ਅਗਲੇ ਦਿਨ ਸੁਬਾਹ ਹੀ ਅਸੀਂ ਮਤਲਬ ਆਪਦੇ ਘਰਾਂ ਨੂੰ ਚਲੇ ਗਏ। ਤਾਂ ਸਾਡੇ ਅਕੋਰਡਿੰਗਲੀ ਅਸੀਂ ਕਦੇ ਵਾਰ ਨਹੀਂ ਦੇਖੀ, ਸਾਡੇ ਅਕੋਰਡਿੰਗਲੀ ਰਾਤ ਦਾ ਸੀ ਅਤੇ ਟਲ ਗਈ, ਕੋਈ ਚੱਕਰ ਨਹੀਂ। ਅਗਲੇ ਦਿਨ ਅਸੀਂ ਜਦੋਂ ਘਰ ਗਏ ਸਰ, ਘਰ ਜਾ ਕੇ ਆਰਾਮ ਕੀਤਾ ਤਾਂ ਫਿਰ ਮਤਲਬ ਸਾਇਰਨ ਵੱਜੇ, ਤਾਂ ਅਸੀਂ ਫਿਰ ਆਪਦੇ ਬੈਗ ਚੱਕ ਕੇ ਭੱਜੇ ਉੱਥੋਂ। ਤਾਂ ਇੱਦਾਂ ਕਰਦੇ ਮਤਲਬ ਅਸੀਂ ਫਿਰ ਘਰ ਨਹੀਂ ਗਏ ਵਾਪਸ ਕਦੀ, ਤਾਂ ਹੀ ਸਾਨੂੰ ਫੂਡ ਦੀ ਬਹੁਤ ਸ਼ੋਰਟੇਜ ਸੀਗੀ। ਤਾਂ ਫਿਰ ਅਸੀਂ ਉੱਥੇ 5 ਦਿਨ ਰੁਕੇ। 5 ਦਿਨ 'ਚ ਰੁਕੇ ਜਦੋਂ, ਫਿਰ ਲਾਸਟ 4th-5th ਡੇ 'ਚ ਸਾਡੇ ਦਿਮਾਗ 'ਚ ਗੱਲਾਂ ਆਉਣੀਆਂ ਸਟਾਰਟ ਹੋ ਗਈਆਂ ਕਿ ਇੰਡੀਅਨ ਅੰਬੈਸੀ ਤੋਂ ਸਾਡਾ ਭਰੋਸਾ ਉੱਠ ਗਿਆ ਕਿ ਸ਼ਾਇਦ ਨਹੀਂ ਕੁਛ ਕਰਨਗੇ ਜਾਂ ਉਹ ਕੁਛ ਕਰ ਨਹੀਂ ਪਾ ਰਹੇ। ਤਾਂ ਸਾਨੂੰ ਸੀਗਾ ਕਿ ਅਸੀਂ ਖੁਦ ਹੀ ਕੁਛ ਨਾ ਕੁਛ ਐਟਲੀਸਟ ਹੱਥ ਪੈਰ ਮਾਰੀਏ ਤਾਂ ਕਿ ਅਸੀਂ ਇੱਥੋਂ ਨਿਕਲ ਸਕੀਏ, ਆਪ ਖੁਦ ਦੀ ਹੈਲਪ ਕਰੀਏ। ਤਾਂ ਫਿਰ ਉਦੋਂ ਅਸੀਂ ਉੱਥੋਂ ਟੈਕਸੀ ਫੜ ਕੇ ਵਗਜ਼ਾਲ ਤੋਂ ਫਿਰ ਅਸੀਂ ਸਿੱਧਾ ਵੈਸਟ ਵੱਲ ਹੋ ਗਏ ਸਰ। 16-17 ਘੰਟੇ ਦਾ ਸਫ਼ਰ ਸੀਗਾ। ਉਹ 16-17 ਘੰਟਿਆਂ ਦੇ ਵਿੱਚ ਵੀ ਸਾਡੇ ਮਨ 'ਚ ਇਹੋ ਜਿਹੀਆਂ ਗੱਲਾਂ ਸੀਗੀਆਂ ਸਰ, ਕਿਉਂਕਿ ਉਦੋਂ ਵੀ ਸ਼ੈਲਿੰਗ ਲਗਾਤਾਰ ਹੋ ਰਹੀ ਸੀ ਕੰਟੀਨਿਊਸਲੀ। ਤਾਂ ਸਾਨੂੰ ਇਹ ਸੀਗਾ ਕਿ ਵਗਜ਼ਾਲ 'ਤੇ ਮਤਲਬ ਸ਼ੈਲਿੰਗ ਹੋ ਸਕਦੀ ਹੈ ਜਾਂ ਟਰੈਕ 'ਤੇ ਸ਼ੈਲਿੰਗ ਹੋ ਸਕਦੀ ਹੈ, ਟ੍ਰੇਨ ਰੁਕ ਸਕਦੀ ਹੈ, ਜਾਂ ਇਹ ਸਭ ਚੀਜ਼ਾਂ ਦੀ ਸਾਨੂੰ ਉਦੋਂ ਵੀ ਟੈਨਸ਼ਨ ਸੀਗੀ। ਅਸੀਂ ਸਭ ਰੱਬ ਦਾ ਨਾਮ ਲੈਂਦੇ ਪਾਠ ਕਰਦੇ ਗਏ ਹਾਂ ਸਰ ਉਦੋਂ ਅਸੀਂ ਉੱਥੋਂ। ਤਾਂ ਉਦੋਂ ਅਸੀਂ ਜਦੋਂ ਲਵੀਵ ਪਹੁੰਚ ਕੇ ਸਰ ਫਿਰ ਉਦੋਂ ਅਸੀਂ ਉੱਥੋਂ ਬੈਠੇ ਤਾਂ ਬਹੁਤ ਬੱਚਾ ਸੀਗਾ ਸਾਡੇ ਨਾਲ, ਤਾਂ ਇਸ ਕਰਕੇ ਬੱਸਿਸ ਵਗੈਰਾ ਸਭ ਕੁਛ ਫੁੱਲ ਹੋ ਗਿਆ ਸੀਗਾ। ਉੱਥੋਂ ਬਸ ਥੋੜ੍ਹਾ ਜਿਹਾ ਖਾਣਾ ਖਾ ਕੇ ਅਸੀਂ ਨਾਲ ਦੀ ਨਾਲ ਉਸ ਗਰੋਥ ਸਾਈਡ ਦੀ ਟ੍ਰੇਨ ਫੜ ਕੇ ਮਤਲਬ ਹੰਗਰੀ ਬਾਰਡਰ ਵੱਲ ਹੋ ਗਏ। ਅਸੀਂ ਹੰਗਰੀ ਬਾਰਡਰ ਵੱਲ ਗਏ। ਉੱਥੇ ਮਤਲਬ ਹੰਗਰੀ 'ਚ ਅਸੀਂ ਬੁੱਢਾਪੈਸਟ ਪਹੁੰਚੇ ਆਂਗੇ। ਉੱਥੇ ਲੋਕਾਂ ਨੇ ਬਹੁਤ ਆਓ ਭਗਤ ਕੀਤੀ ਸਰ, ਮਤਲਬ ਸਾਨੂੰ ਲੱਗਿਆ ਹੀ ਨਹੀਂ, ਸਾਨੂੰ ਮਤਲਬ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਜਾ ਰਹੀ ਸੀਗੀ, ਟੁੱਥਬਰਸ਼ ਤੋਂ ਲੈ ਕੇ ਸ਼ੈਂਪੂ ਤੱਕ, ਕਿ ਤੁਸੀਂ ਇਹ ਚੀਜ਼ ਲਓ, ਤੁਸੀਂ ਇਹ ਚੀਜ਼, ਸਾਨੂੰ ਧੱਕੇ ਨਾਲ ਉਹ ਚੀਜ਼ਾਂ ਦੇ ਰਹੇ ਸੀ। ਤੁਹਾਨੂੰ ਵਾਈਫਾਈ ਚਾਹੀਦਾ, ਤੁਹਾਨੂੰ ਫੋਨ ਚਾਹੀਦਾ, ਤੁਹਾਨੂੰ ਜੋ ਚਾਹੀਦਾ ਸਾਨੂੰ ਦੱਸੋ। ਉੱਥੋਂ ਦੀਆਂ NGOs ਵਗੈਰਾ ਨੇ ਬਹੁਤ ਹੈਲਪ ਕੀਤੀ ਸਰ ਸਾਡੀ। ਉਹ ਤੋਂ ਬਾਅਦ ਅਸੀਂ ਉੱਥੇ ਰਿਹਾਇਸ਼ ਕੀਤੀ, 2 ਦਿਨ ਅਕੋਮੋਡੇਸ਼ਨ ਸੀਗੇ ਸਰ ਉਹਨਾਂ ਦੀ 'ਚ, ਉੱਥੇ ਰੈਸਟ ਕੀਤੀ। ਫਿਰ ਅਗਲੀ ਵਾਰ ਜੋ ਸਾਨੂੰ ਕਿਹਾ ਗਿਆ ਕਿ ਤੁਸੀਂ ਫਲਾਈਟ ਮਤਲਬ ਤੁਹਾਡਾ ਨੰਬਰ ਆ ਸਕਦਾ ਆ, ਤੁਸੀਂ ਆ ਜਾਓ, ਹੋ ਸਕਦਾ ਸੀਟਸ ਫਰੀ ਹੋਣ ਤਾਂ ਤੁਹਾਨੂੰ ਅਸੀਂ ਕਰ ਲਾਂਗੇ। ਤਾਂ ਅਸੀਂ ਉੱਥੇ ਚਲੇ ਗਏ ਤਾਂ ਅਸੀਂ ਉੱਥੇ ਗਏ ਤਾਂ ਸਾਨੂੰ ਕਈ ਪੁੱਛਦੇ ਕਿ ਤੁਸੀਂ ਕਿਵੇਂ ਆਏ ਸੀ। ਆਖਿਆ ਅਸੀਂ ਫਲਾਈਟ ਫੜਨ ਆਏ ਹਾਂ, ਕਹਿੰਦੇ ਪਹਿਲੇ ਆਉਣਾ ਸੀ। ਤਾਂ ਅਸੀਂ ਤਾਂ ਤੁਹਾਡੀ ਵੇਟ ਕਰ ਰਹੇ ਸੀ ਕਿ ਤੁਸੀਂ ਸਾਨੂੰ ਕਾਲ ਕਰਕੇ ਦੱਸੋਗੇ। ਉਹ ਤੋਂ ਬਾਅਦ ਅਸੀਂ ਸਰ ਫਲਾਈਟ ਲੈਤੀ। ਫਲਾਈਟ ਸਾਨੂੰ ਦਿੱਲੀ ਦੀ ਨਹੀਂ ਮਿਲੀ, ਸਾਨੂੰ ਮੁੰਬਈ ਦੀ ਮਿਲੀ। ਤਾਂ ਮੁੰਬਈ ਗਏ। ਮੁੰਬਈ ਉੱਥੇ ਹਰ ਸਟੇਟ ਦਾ ਕੋਈ ਨਾ ਕੋਈ ਰਿਪਰੈਜ਼ੈਂਟੇਟਿਵ ਸੀ, ਹਰਿਆਣਾ, ਆਸਾਮ, ਬਿਹਾਰ, UP ਸਭ ਦੇ ਸੀਗੇ। ਸਾਡੇ ਰਿਪਰੈਜ਼ੈਂਟੇਟਿਵ ਲਈ ਉਹਨਾਂ ਨੇ ਕਿਹਾ ਕਿ ਉਹ ਆਉਣਗੇ। ਕੁਛ ਸਾਨੂੰ ਵੀ ਲੱਗਾ ਕਿ ਸਾਨੂੰ ਕੰਟੈਕਟ ਕਰਨਾ ਚਾਹੀਦਾ ਸੀਗਾ, ਅਗਰ ਨਹੀਂ ਵੀ ਸੀਗਾ ਤਾਂ ਫਿਰ ਅਸੀਂ ਉੱਥੋਂ ਆਪਦੀ ਡੋਮੈਸਟਿਕ ਦੀ ਫਲਾਈਟ ਕਰਾ ਕੇ ਅਸੀਂ ਆਪਦਾ ਦਿੱਲੀ, ਮਤਲਬ ਮੈਂ ਦਿੱਲੀ ਗਈ। ਤਾਂ ਦਿੱਲੀ ਤੋਂ ਅੱਗੇ ਫਿਰ ਘਰਦਿਆਂ ਨੇ ਰਿਸੀਵ ਕੀਤਾ। ਪਰ ਹਲੇ ਵੀ ਮਤਲਬ ਘਰ ਆਉਣ ਦੀ ਖੁਸ਼ੀ ਤੋਂ ਜ਼ਿਆਦਾ ਇਹ ਸੀਗਾ ਵੀ
ਜਿਹੜੇ ਉੱਥੇ ਪਿੱਛੇ ਬੱਚੇ ਰਹਿ ਗਏ ਨੇ ਐਟਲੀਸਟ ਉਹਨਾਂ ਦਾ ਬਹੁਤ ਟੈਨਸ਼ਨ ਸੀ, ਕਿਉਂਕਿ ਕਈ ਸੀ ਜੋ ਬੰਕਰਾਂ ਦੇ ਵਿੱਚ ਹੀ ਫਸੇ ਹੋਏ ਸੀ। ਕਈਆਂ ਦੀ ਇਹ ਟੈਨਸ਼ਨ ਸੀਗੀ ਕਿ ਬੰਕਰ ਦੇ ਵਿੱਚ ਹੈ, ਕਈਆਂ ਦੀ ਬਿਲਡਿੰਗ ਦੇ ਉੱਤੇ ਸ਼ੈਲਿੰਗ ਨਾ ਹੋ ਜਾਏ ਤਾਂ ਬਿਲਡਿੰਗ ਢਹਿ ਜੂਗੀ, ਤਾਂ ਕੀ ਪਤਾ ਉਹਨਾਂ ਨੂੰ ਬੰਕਰ 'ਚ ਸਾਰ ਲੈਣ ਵਾਲਾ ਕੋਈ ਹੋਊਗਾ ਵੀ ਜਾਂ ਨਹੀਂ, ਕਿੱਦਾਂ ਕੱਢਣਗੇ ਉਹਨਾਂ ਨੂੰ। ਤਾਂ ਹਾਲੇ ਤੱਕ ਤਾਂ ਮਤਲਬ ਉੱਥੋਂ ਦੇ ਜੋ ਸਾਡੇ ਕੰਟਰੈਕਟਰ ਸੀ ਕਰਨ ਸੰਧੂ ਸਰ, ਉਹਨਾਂ ਨੇ ਬਹੁਤ ਹੈਲਪ ਕੀਤੀ ਹੈ ਬੱਚਿਆਂ ਦੀ, ਹੋਸਟਲ ਵਾਲੇ ਬੱਚਿਆਂ ਦੀ ਉਹਨਾਂ ਦੀ। ਤਾਂ ਉਹਨਾਂ ਸਾਰੇ ਬੱਚਿਆਂ ਨੂੰ ਆਲਮੋਸਟ ਉਹ ਖਾਰਕਿਵ 'ਚੋਂ ਕੱਢ ਚੁੱਕੇ ਨੇ। ਤਾਂ ਹੁਣ ਬਸ ਸਿਰਫ ਸੁਮੀ ਸਿਟੀ ਦੇ ਵਿੱਚ ਹੈ ਜਿੱਥੇ ਕਿ ਕਹਿ ਰਹੇ ਆ ਕਿ 700-800 ਬੱਚਾ ਹੈ, ਉਹਨਾਂ ਨੂੰ ਟਰਾਂਸਪੋਰਟ ਪ੍ਰੋਵਾਈਡ ਕਰਨ ਦਾ ਮਤਲਬ ਕੋਈ ਉਹ ਖੁਦ ਹੀ ਕਰ ਰਹੇ ਨੇ, ਕਹਿ ਰਹੇ ਨੇ ਕਿ ਇੰਡੀਅਨ ਐਮਬੈਸੀ ਕਰ ਰਹੀ ਹੈ, ਸ਼ਾਇਦ ਕਰ ਰਹੀ ਹੋਵੇ। ਤਾਂ ਹੁਣ ਸ਼ਾਇਦ ਬਸ ਉਹ ਪਿੱਛੇ ਰਹਿ ਗਏ ਨੇ। ਬਸ ਇਹੀ ਹੈ ਕਿ ਉਹ ਛੇਤੀ ਤੋਂ ਛੇਤੀ ਉੱਥੋਂ ਸਾਰੇ ਜਿੰਨੇ ਵੀ ਹੈਗੇ ਆ ਉੱਥੋਂ ਨਿਕਲ ਆਉਣ ਬਸ, ਕਿ ਉੱਥੇ ਮਾਹੌਲ ਬਹੁਤ ਖਰਾਬ ਹੁੰਦਾ ਜਾ ਰਿਹਾ ਹੌਲੀ। ਮਨ ਦੇ ਵਿੱਚ ਕਿਸ ਤਰ੍ਹਾਂ ਦੀ ਤਸਵੀਰ ਚੱਲ ਰਹੀ ਹੈ ਹੁਣ ਉੱਥੋਂ ਆਉਣ ਤੋਂ ਬਾਅਦ? ਮਨ ਦੇ ਵਿੱਚ ਸਰ ਜਿੱਥੇ ਮਤਲਬ ਜਿਹੜੀਆਂ ਗਲੀਆਂ 'ਚ ਘੁੰਮਦੇ ਸੀਗੇ, ਜਿਹੜੇ ਸੜਕਾਂ 'ਤੇ ਜਾਂਦੇ ਸੀਗੇ, ਉਹਨਾਂ ਨੂੰ ਦੇਖ ਕੇ ਬਾਰ-ਬਾਰ ਉਹੀ ਚੀਜ਼ਾਂ ਦਿਮਾਗ 'ਚ ਆਉਂਦੀਆਂ। ਕਈ ਵਾਰੀ ਇੱਥੇ ਘਰੇ ਹੁੰਦੇ ਆ, ਮਤਲਬ ਕੱਲ੍ਹ ਜਿਵੇਂ ਆਈ ਹਾਂ ਮੈਂ, ਥੋੜ੍ਹੀ ਜਿਹੀ ਵੀ ਆਵਾਜ਼ ਹੁੰਦੀ ਹੈ ਤਾਂ ਇੱਕੋ ਦਮ ਜਾਗ ਖੁੱਲ੍ਹਦੀ ਹੈ ਕਿ ਸ਼ਾਇਦ ਕੁਛ ਕਾਹਦੀ ਆਵਾਜ਼ ਸੀ ਇਹ, ਕੀ ਸੀਗਾ ਇਹ। ਤੋ ਮਤਲਬ ਮਨ ਦੇ ਅੰਦਰੋਂ ਮੈਂ ਡਰ ਬੈਠ ਗਿਆ, ਉਹ ਆਵਾਜ਼ਾਂ ਜਿਹੜੀਆਂ ਹੈਗੀਆਂ ਉਹ ਬੈਠ ਗਈਆਂ ਸਰ ਮਨ ਦੇ। ਫਾਜ਼ਿਲਕਾ ਅਬੋਹਰ ਰੋਡ ਦੇ ਉੱਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਰਾਮਪੁਰਾ ਨੇੜੇ ਇੱਕ ਮੋਟਰਸਾਈਕਲ ਸਵਾਰ ਫਾਜ਼ਿਲਕਾ ਵੱਲ ਆ ਰਿਹਾ ਸੀ। ਇਸ ਦੌਰਾਨ ਸੜਕ ਦੇ ਉੱਤੇ ਜਾ ਰਹੇ ਘੋੜਾ ਟਰਾਲੇ ਤੇ ਉਸ ਦਰਮਿਆਨ ਟੱਕਰ ਹੋ ਗਈ, ਜਿਸ ਕਰਕੇ ਮੌਕੇ ਦੇ ਉੱਤੇ ਹੀ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਬਹੁਤ ਜਲਦ ਸਿੱਟੇ ਦੇ ਉੱਤੇ ਪਹੁੰਚਾਂਗੇ। ਨੌਜਵਾਨ ਫਾਜ਼ਿਲਕਾ ਦੇ ਪਿੰਡ ਕਿੱਕਰਖੇੜਾ ਦਾ ਰਹਿਣ ਵਾਲਾ ਸੀ। ਪੁਲਿਸ ਵੱਲੋਂ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ ਤੇ ਪਰਿਵਾਰ ਦੇ ਬਿਆਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਨੂੰ ਤਲਾਹ ਮਿਲੀ ਜੀ ਦੂਜਾ ਵੀ ਰਾਮਪੁਰੇ ਕੋਲੇ ਐਕਸੀਡੈਂਟ ਹੋ ਗਿਆ ਤੇ ਅਸੀਂ ਆ ਕੇ ਦੇਖਿਆ ਤੇ ਉਹਦੇ ਦੂਜਾ ਜਿਹੜਾ ਡੈਡ ਬੋਡੀ ਆ ਉਹਦੇ ਜੇਬ ਦੇ ਵਿੱਚੋਂ ਆਧਾਰ ਕਾਰਡ ਮਿਲਿਆ। ਆਧਾਰ ਕਾਰਡ ਰਮਨਦੀਪ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਕਿੱਕਰਖੇੜੇ ਦਾ ਜੀ ਉਹ, ਤੇ ਟਰਾਲੇ ਨਾਲ ਐਕਸੀਡੈਂਟ ਹੋਇਆ ਤੇ ਟਰਾਲੇ ਦਾ ਜਿਹੜਾ ਡਰਾਈਵਰ ਆ ਉਹ ਛੱਡ ਕੇ ਭੱਜ ਗਿਆ। ਬਾਕੀ ਉਹਨਾਂ ਦੇ ਵਾਰਸਾਂ ਨਾਲ ਗੱਲ ਹੋ ਗਈ ਆ ਰਮਨਦੀਪ ਸਿੰਘ ਦੇ, ਉਹਦੇ ਆਉਣ ਤੇ ਜਿਹੜੀ ਅਗਲੀ ਕਾਰਵਾਈ ਅਮਲ 'ਚ ਲੈਂਦੀ ਜਾਵੇਗੀ ਤੇ ਜਿਹੜੀ ਡੈਡ ਬੋਡੀ ਆ ਅਸੀਂ ਉਹ ਮੋਰਚਰੀ 'ਚ ਰਖਾ ਰਹੇ ਹਾਂ। ਇਹ ਆ ਰਿਹਾ ਸੀਗਾ ਦੂਜਾ ਆਪਣਾ ਫਾਜ਼ਿਲਕਾ ਤੋਂ ਆ ਰਿਹਾ ਸੀਗਾ, ਉਹ ਮ੍ਰਿਤਕ ਇੱਧਰ ਅਬੋਹਰ ਤੋਂ ਆ ਰਿਹਾ ਸੀ, ਫਾਜ਼ਿਲਕਾ ਨੂੰ ਜਾ ਰਿਹਾ ਸੀਗਾ। ਇਹ ਐਕਸੀਡੈਂਟ ਕਹਿੰਦੇ ਵੀ ਕੋਈ ਦੂਜਾ ਗਾਵਾਂ ਵਗੈਰਾ ਦੂਜਾ ਜਾਂਦੀਆਂ ਸੀਗੀਆਂ ਤੇ ਉਹਨੂੰ ਕ੍ਰਾਸ ਕਰਨ ਲੱਗਿਆ ਟਰਾਲਾ ਦੂਜਾ ਟਰਾਲੇ ਦੇ ਵਿੱਚ ਵੱਜਾ ਮੋਟਰਸਾਈਕਲ। ਕਾਰਵਾਈ ਦੇ ਵਾਰਸ ਆਉਣ ਤੇ ਅਗਲੀ ਕਾਰਵਾਈ ਅਮਲ 'ਚ ਲੈਂਦੀ ਜਾ ਰਹੀ ਹੈ। ਇਹਦੇ ਵਾਰਸ ਨੂੰ ਵੇਟ ਕਰ ਰਹੇ ਹਾਂ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕੱਲ੍ਹ ਵੋਟਾਂ ਦੀ ਗਿਣਤੀ ਸ਼ੁਰੂ ਹੋਣੀ ਹੈ। ਇਸ ਨੂੰ ਲੈ ਕੇ ਜਲੰਧਰ ਵਿਖੇ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ। ਜਲੰਧਰ ਵਿੱਚ ਡਿਪਟੀ ਕਮਿਸ਼ਨਰ ਤੇ ਮੁੱਖ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜਲੰਧਰ ਵਿਖੇ ਵੋਟਾਂ ਦੀ ਗਿਣਤੀ ਕਪੂਰਥਲਾ ਰੋਡ ਵਿਖੇ 3 ਥਾਵਾਂ ਤੇ ਹੋਵੇਗੀ, ਜਿਹਦੇ ਵਿੱਚ ਮੈਰੀਟੋਰੀਅਸ ਸਕੂਲ, ਸਪੋਰਟਸ ਐਂਡ ਆਰਟਸ ਕਾਲਜ ਜਲੰਧਰ ਤੇ ਪਟਵਾਰਖਾਨਾ ਸ਼ਾਮਲ ਨੇ। ਇਹਨਾਂ 3 ਥਾਵਾਂ ਦੇ ਉੱਤੇ ਵੋਟਿੰਗ ਪ੍ਰਕਿਰਿਆ ਨੂੰ ਚਲਾਉਣ ਦੇ ਲਈ ਕਰੀਬ 1000 ਸਿਵਲ ਸਟਾਫ ਦੇ ਨਾਲ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਦੇ ਕਰੀਬ 1000 ਮੁਲਾਜ਼ਮ ਤੇ ਅਫਸਰ ਤਾਇਨਾਤ ਰਹਿਣਗੇ। ਕੱਲ ਜਿਹੜੀ ਜਲੰਧਰ ਡਿਸਟ੍ਰਿਕਟ ਦੇ 9 ਵਿਧਾਨ ਸਭਾ ਹਲਕੇ ਪੈਂਦੇ ਨੇ ਉਹ ਸਾਰਿਆਂ ਦੀ ਜਿਹੜੀ ਕਾਊਂਟਿੰਗ ਡਿਸਟ੍ਰਿਕਟ ਹੈੱਡਕੁਆਟਰ ਤੇ ਹੀ ਕੀਤੀ ਜਾਊਗੀ। ਇਹਦੇ ਲਈ ਅਸੀਂ 3 ਇੰਸਟੀਟਿਊਸ਼ਨ ਨੇ, ਸਪੋਰਟਸ ਕਾਲਜ, ਮੈਰੀਟੋਰੀਅਸ ਸਕੂਲ ਤੇ DLR ਆਫਿਸ ਤੇ ਪਟਵਾਰ ਟ੍ਰੇਨਿੰਗ ਸਕੂਲ, ਇਹਨਾਂ ਦੇ ਵਿੱਚ ਸਾਰੇ ਦੇ ਸਾਰੇ ਕਾਊਂਟਿੰਗ ਹਾਲ ਸਥਾਪਨਾ ਕੀਤੀ ਗਈ ਹੈ ਤੇ ਸਾਰੇ 9 ਦੇ 9 ਹਲਕਿਆਂ ਦੇ ਵਿੱਚ ਸਭ ਦੇ ਵਿੱਚ 14 ਟੇਬਲ ਸੈਟਅਪ ਕੀਤੇ ਗਏ ਹਨ 2-2 ਹਾਲ ਦੇ ਵਿੱਚ। ਇਸ ਵਾਰ ਕੋਵਿਡ ਨੂੰ ਦੇਖਦੇ ਹੋਏ 2 ਹਾਲ ਸਾਨੂੰ ਕ੍ਰੀਏਟ ਕਰਨੇ ਪਏ ਆ। ਇੱਕ ਹਾਲ ਦੇ ਵਿੱਚ 7 ਟੇਬਲ ਹੋਣਗੇ ਤੇ 2 ਹਾਲਾਂ ਨੂੰ ਮਿਲਾ ਕੇ 14 ਟੇਬਲ। ਇਸ ਤੋਂ ਇਲਾਵਾ ਜਿਹੜੇ 3 ਐਡੀਸ਼ਨਲ ਟੇਬਲ ਹੈਗੇ ਉਹ ਪੋਸਟਲ ਬੈਲਟ ਦੀ ਗਿਣਤੀ ਲਈ ਯੂਜ਼ ਹੋਣਗੇ ਤੇ ਜਿਹੜੀ ਕਾਊਂਟਿੰਗ ਦਾ ਪ੍ਰੋਸੈਸ ਹੈ ਸ਼ਾਰਪ 8 ਵਜੇ ਪੋਸਟਲ ਬੈਲਟ ਤੋਂ ਚਾਲੂ ਹੋਣਾ ਤੇ 8:30 ਵਜੇ EVM ਦੀ ਕਾਊਂਟਿੰਗ ਚਾਲੂ ਹੋ ਜਾਣੀ ਹੈ ਤੇ ਸਾਨੂੰ ਉਮੀਦ ਹੈ ਇਹ ਜਿਹੜੀ ਪ੍ਰੋਸੈਸ ਹੈ 1 ਵਜੇ ਤੱਕ EVM ਕਾਊਂਟਿੰਗ ਦਾ ਮੁਕੰਮਲ ਹੋ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਜਿਹੜਾ ਹੈਗਾ VVPAT ਦੀ 5 VVPAT ਦੀ ਸਲਿਪਸ ਦੀ ਰੈਂਡਮ ਵੈਰੀਫਿਕੇਸ਼ਨ ਹੁੰਦੀ ਹੈ, ਉਹਨੂੰ ਫਿਰ ਹੋਰ 2-3 ਘੰਟੇ ਲੱਗਣੇ ਆ, ਬਟ ਉਦੋਂ ਤੱਕ ਰਿਜ਼ਲਟ ਜਿਹੜਾ EVM ਦਾ ਉਹ ਸਾਨੂੰ ਉਮੀਦ ਹੈ ਵੀ ਲੰਚ ਟਾਈਮ ਤੱਕ ਕਲੀਅਰ ਹੋ ਜਾਊਗਾ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੰਯੁਕਤ ਸਮਾਜ ਮੋਰਚੇ ਵੱਲੋਂ ਮੈਦਾਨ ਦੇ ਵਿੱਚ ਉਮੀਦਵਾਰ ਉਤਾਰੇ ਜਾਣ ਤੋਂ ਖਫਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨਾਲ ਸੰਬੰਧਿਤ 4 ਜ਼ਿਲ੍ਹੇ ਫਰੀਦਕੋਟ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਦੇ ਅਹੁਦੇਦਾਰਾਂ ਨੇ ਵੋਟਾਂ ਦੇ ਨਤੀਜਿਆਂ ਤੋਂ 1 ਦਿਨ ਪਹਿਲਾਂ ਹੀ ਪੰਜਾਬ ਦੇ 2 ਨਾਮੀ ਜ਼ਿਲ੍ਹੇ ਫਰੀਦਕੋਟ ਤੇ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਸਮੇਤ ਇਕਾਈਆਂ ਦੇ ਅਹੁਦੇਦਾਰਾਂ ਨੇ ਫਰੀਦਕੋਟ ਵਿਖੇ ਵੱਡਾ ਇਕੱਠ ਕਰਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨਾਲੋਂ ਨਾਤਾ ਤੋੜਦੇ ਹੋਏ ਪੰਜਾਬ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਅਸਤੀਫੇ ਭੇਜਣ ਦਾ ਐਲਾਨ ਕਰ ਦਿੱਤਾ ਹੈ ਤਾਂ ਜੋ ਸਿਆਸਤ ਦੀ ਬਜਾਏ ਕਿਸਾਨੀ ਹਿੱਤਾਂ ਦੇ ਲਈ ਸੰਘਰਸ਼ ਨੂੰ ਜਾਰੀ ਰੱਖਿਆ ਜਾ ਸਕੇ। ਅੰਮ੍ਰਿਤਸਰ ਦੀ ਵਾਹਗਾ ਸਰਹੱਦ ਨੇੜੇ BOP ਹਵੇਲੀਆਂ ਵਿਖੇ ਡਰੋਨ ਦੀ ਹਲਚਲ ਦਿਖਾਈ ਦਿੱਤੀ ਹੈ।
ਜਿਸ ਤੋਂ ਬਾਅਦ ਡਿਊਟੀ ਦੇ ਉੱਤੇ ਤਾਇਨਾਤ BSF ਦੇ ਜਵਾਨਾਂ ਵੱਲੋਂ ਤੁਰੰਤ ਹਰਕਤ ਦੇ ਵਿੱਚ ਆਉਂਦੇ ਹੋਏ ਡਰੋਨ ਵੱਲ ਫਾਇਰਿੰਗ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ ਡਰੋਨ ਬਰਾਮਦ ਕੀਤਾ ਗਿਆ। ਜਵਾਨਾਂ ਨੂੰ ਇਹ ਆਵਾਜ਼ BP ਨੰਬਰ 124/48 ਦੇ ਪਾਕਿਸਤਾਨ ਵਾਲੇ ਪਾਸੇ ਤੋਂ ਆ ਰਹੀ ਸੀ। ਇਸ ਮਗਰੋਂ ਜਵਾਨਾਂ ਨੇ ਸ਼ੱਕੀ ਉੱਡਣ ਵਾਲੀ ਚੀਜ਼ ਦੀ ਆਵਾਜ਼ ਸੁਣਨ ਦੇ ਸਾਰ ਫਾਇਰਿੰਗ ਕੀਤੀ। ਇਸ ਦੌਰਾਨ ਉਹਨਾਂ ਨੂੰ ਕਾਲੇ ਰੰਗ ਦੀ ਰੱਸੀ ਨਾਲ ਬੰਨ੍ਹਿਆ ਇੱਕ ਇੱਟ ਦਾ ਟੁਕੜੇ ਸਮੇਤ ਡਰੋਨ ਬਰਾਮਦ ਹੋਇਆ। ਹੁਸ਼ਿਆਰਪੁਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਧਰੁਮਨ H ਨਿੰਬਲੇ ਨੇ ਦੱਸਿਆ ਕਿ CIA ਸਟਾਫ ਦੀ ਵਿਸ਼ੇਸ਼ ਟੀਮ ਦੇ ਵੱਲੋਂ ਚੱਕ ਸਾਧੂ ਕੇ ਨਾਕੇ ਤੇ ਇੱਕ ਕਾਰ ਚਾਲਕ ਨੂੰ 10 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਕਾਰ ਚਾਲਕ ਹਰਨੂਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸਾਬਲਪੁਰ ਜ਼ਿਲ੍ਹਾ ਬੂੰਦੀ ਰਾਜਸਥਾਨ ਵਜੋਂ ਜਾ ਰਿਹਾ ਸੀ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਬੀਤੇ ਦਿਨੀ ਮਾਡਲ ਟਾਊਨ ਥਾਣਾ ਖੇਤਰ ਵਿੱਚ ਹੋਈਆਂ ਚੋਰੀਆਂ ਨੂੰ ਟਰੇਸ ਕਰਦਿਆਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਕੋਲੋਂ ਇੱਕ ਮੋਬਾਈਲ ਫੋਨ, 2 ਹਾਰਡ ਡਿਸਕ, ਇੱਕ LED ਤੇ ਇੱਕ ਟੈਬਲੇਟ ਤੇ ਲੈਪਟਾਪ ਬਰਾਮਦ ਕੀਤਾ ਗਿਆ। ਜੇ ਸਾਡੀ ਇਲੈਕਸ਼ਨ ਕਰਕੇ ਜੋ ਚੈਕਿੰਗ ਹੋ ਰਹੀ ਹੈ ਉਹਦੇ ਵਿੱਚ ਸਾਡੇ ਇੰਟਰਸਟੇਟ ਨਾਕਾ ਪੁਆਇੰਟ ਚੱਕ ਸਾਧੂ ਦੇ ਉੱਪਰ ਇੱਕ ਸ਼ੱਕੀ ਗੱਡੀ ਰੋਕੀ ਗਈ ਸੀ, ਵਰਨਾ ਜਿਹਦਾ ਡਰਾਈਵਰ ਸੀਗਾ ਹਰਨੂਰ ਸਿੰਘ, ਉਹਦੀ ਪੁੱਛਗਿੱਛ ਉਸ ਤੋਂ ਬਾਅਦ ਚੈਕਿੰਗ ਦੇ ਦੌਰਾਨ ਉਹਦੀ ਗੱਡੀ 'ਚੋਂ 10 ਕਿਲੋ ਅਫੀਮ ਦੇ ਪੈਕੇਟਸ ਬਰਾਮਦ ਹੋਏ ਹੈ। ਇਸ ਸਬੰਧ ਦੇ ਵਿੱਚ FIR ਨੰਬਰ 32 ਅਸੀਂ ਰਜਿਸਟਰ ਕੀਤੀ ਹੈ ਸੈਕਸ਼ਨ 18 NDPS ਐਕਟ ਦੇ ਤਹਿਤ PS ਸਦਰ ਦੇ ਵਿੱਚ। ਤੁਹਾਨੂੰ ਮੈਂ ਵੀ ਦੱਸਣਾ ਚਾਹਾਂਗਾ ਕਿ ਜੋ ਹਰਨੂਰ ਸਿੰਘ ਹੈ ਉਹਦੇ ਦਾਦਾ ਜੋ ਹੈ ਦਿਆਲ ਸਿੰਘ, ਉਹਦੇ ਖਿਲਾਫ ਆਲਰੇਡੀ 3 NDPS ਦੇ ਕੇਸਿਸ ਦਰਜ ਹੈ। ਕਮਰਸ਼ੀਅਲ ਕੁਆਂਟੀਟੀ ਅਫੀਮ ਦੀ ਰਿਕਵਰੀਜ਼ ਉਹਨਾਂ ਤੋਂ ਪਹਿਲਾਂ ਵੀ ਹੋਈ ਹੈ ਤੇ ਇਹਨਾਂ ਨੇ ਸਪਲਾਈ ਕਿੱਥੇ ਕਰਨਾ ਸੀਗਾ ਤੇ ਕਿੱਥੇ ਤੋਂ ਲੈ ਕੇ ਆਏ ਸੀ ਉਹਦੇ ਬਾਰੇ ਸਾਡੀ ਪੁੱਛਗਿੱਛ ਹੋਣੇ ਜਾ ਰਹੀ ਹੈ। ਇਹਦੇ ਖਿਲਾਫ ਕੋਈ ਕੇਸ ਨਹੀਂ ਮਿਲਿਆ ਸਾਨੂੰ ਹੁਣ ਤੱਕ, ਜੇ ਅਸੀਂ ਰਿਕਾਰਡ ਚੈੱਕ ਕੀਤਾ ਉਹਦੇ ਮੁਤਾਬਿਕ, ਬਟ ਉਹਦੇ ਦਾਦੇ ਦੇ ਖਿਲਾਫ 3 ਕੇਸਿਸ ਸਰ ਪਤਾ ਲੱਗਾ ਹੁਸ਼ਿਆਰਪੁਰ ਦੇ ਵਿੱਚ ਇਹਨਾਂ ਨੇ ਕਿਸ ਪਾਸੇ ਨੂੰ ਸਪਲਾਈ ਕਰਨੀ। ਬਿਲਕੁਲ ਉਹ ਸਾਰੀ ਚੀਜ਼ਾਂ ਨਿਕਲ ਆਉਗੀ। ਇਹਦੇ ਜੋ CDR ਹੈਗੀ ਇਹਦੀ ਟੈਕਨੀਕਲ ਡਿਟੇਲ ਔਰ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਕਿੱਥੇ ਤੋਂ ਲੈ ਕੇ ਆਏ ਨੇ, ਕਿਹੜੀ ਥਾਂ ਨੂੰ ਸਪਲਾਈ ਕਰਨਾ ਸੀਗਾ, ਉਹ ਸਾਰੀ ਚੀਜ਼ ਅਸੀਂ ਕੱਢ ਕੇ ਤੁਹਾਨੂੰ ਅਗੇਨ ਵਿਲ ਬਰੀਫ। ਇੰਡਸਟਰੀਅਲ ਏਰੀਆ ਦੇ ਵਿੱਚ ਇੱਕ 20 ਜਨਵਰੀ ਨੂੰ ਚੋਰੀ ਹੋਈ ਸੀ, ਜਿਹਦੇ ਵਿੱਚ ਇੱਕ LED, ਲੈਪਟਾਪ, ਕੁਝ ਕੈਸ਼ ਤੇ ਹੋਰ ਇਲੈਕਟ੍ਰੋਨਿਕ ਗੈਜਟਸ ਵਗੈਰਾ ਚੋਰੀ ਹੋਏ ਸੀਗੇ। ਉਹ ਚੋਰੀ ਦੇ ਪਿੱਛੇ ਅਸੀਂ ਜਿੰਨੇ ਵੀ CCTV ਕੈਮਰਾ ਸਾਨੂੰ ਆਬਸੋਲੀਟ ਜਾਂ ਜੋ ਥੋੜੇ ਪੁਰਾਣੇ ਟਾਈਪ ਦੇ ਜਾਂ ਥੋੜੇ ਨਾਟ ਕਲੀਅਰ ਜਿਸ ਟਾਈਪ ਦੇ ਸੀਗੇ, ਉਹ ਸਾਰੇ CCTV ਕੈਮਰਾ ਚੈੱਕ ਕਰਨ ਤੋਂ ਬਾਅਦ ਬੜੀ ਮਿਹਨਤ ਤੋਂ ਬਾਅਦ ਅਸੀਂ ਇੱਕ ਕੁਝ ਸ਼ੱਕੀ ਬੰਦੇ ਆਈਡੈਂਟੀਫਾਈ ਕੀਤੇ ਸੀਗੇ, ਜਿਹਦੇ ਵਿੱਚ DSP ਪ੍ਰੇਮ ਸਿੰਘ ਇੰਚਾਰਜ CIA, SHO ਸਦਰ, SHO ਮਾਡਲ ਟਾਊਨ, ਉਹਨਾਂ ਨੇ ਬਹੁਤ ਮਿਹਨਤ ਕਰਕੇ ਉਹ ਬੰਦਾ ਆਈਡੈਂਟੀਫਾਈ ਕੀਤਾ। ਤਾਂ ਉਸ ਤੋਂ ਚੋਰੀ ਦੇ ਵਿੱਚ ਜੇ ਚੀਜ਼ਾਂ ਚੋਰੀਆਂ ਹੋਈਆਂ ਸੀਗੀਆਂ, ਇੱਕ 55 ਇੰਚ ਦਾ LED TV ਹੈਗਾ, ਸਮਾਰਟ TV, ਉਸ ਤੋਂ ਇਲਾਵਾ ਇੱਕ ਟੈਬ ਤੇ 2 ਹਾਰਡ ਡਿਸਕ ਜਿਹਦੇ ਵਿੱਚ ਇਹਨਾਂ ਦਾ ਬਹੁਤ ਸਾਰਾ ਇੰਪੋਰਟੈਂਟ ਬਿਜ਼ਨਸ ਦਾ ਡੇਟਾ ਸੀਗਾ, ਤੇ ਇੱਕ ਮੋਬਾਈਲ ਉਸ ਟਾਈਮ ਜੇ ਚੋਰੀ ਹੋਇਆ ਸੀਗਾ, ਉਹ ਸਾਰਾ ਸਾਮਾਨ ਅਸੀਂ ਰਿਕਵਰ ਕੀਤਾ ਹੈ। ਤੇ ਇਸ ਤੋਂ ਇਲਾਵਾ ਇਹ ਜੋ ਚੋਰ ਹੈ, ਇਸ ਤੋਂ ਹੋਰ ਵੀ ਕਈ ਸਾਰੀ ਚੋਰੀ ਸਾਨੂੰ ਸੋਲ ਹੋਣ ਦੀ ਪੂਰੀ ਉਮੀਦ ਹੈ। AC ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਤਾਜ਼ਾ ਤਰੀਨ ਤੇ ਨਵੀਆਂ ਨਕੋਰ ਖਬਰਾਂ ਲੈ ਕੇ ਦੋਸਤੋ ਕੱਲ੍ਹ ਨੂੰ ਅਸੀਂ ਇਸੇ ਵਕਤ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆ ਗਿਆ, ਬਹੁਤ ਮਿਹਰਬਾਨੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।